सूरा सो पहचानिए जो लरै दीन के हेत पुरजा पुरजा कट मरै कभू न छाडै खेत। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਨਾਲ ਜੁੜੀ ਸੰਗਤ ਨੂੰ ਅੱਜ ਜਿਸ ਅਸਥਾਨ ਦੇ ਦਰਸ਼ਨ ਕਰਵਾਉਣ ਦੇ ਲਈ ਲਿਆਏ ਹਾਂ, ਇੱਕ ਬੇਹੱਦ ਇਤਿਹਾਸਿਕ ਸਥਾਨ ਸ਼ਹੀਦ ਬਾਬਾ ਜੈ ਸਿੰਘ ਖਲਕਟ ਤੇ ਉਹਨਾਂ ਦੇ ਪਰਿਵਾਰ ਦਾ ਸ਼ਹੀਦੀ ਸਥਾਨ ਪਟਿਆਲੇ ਜ਼ਿਲ੍ਹੇ ਦਾ ਪਿੰਡ ਬਾਰਨ ਹੈ ਤੇ ਇੱਥੇ ਇੱਕ ਅਨੋਖੀ ਸ਼ਹਾਦਤ ਹੋਈ। ਉਸ ਸ਼ਹਾਦਤ ਦੀ ਯਾਦ ਦੇ ਵਿੱਚ ਇੱਥੇ ਇੱਕ ਇਤਿਹਾਸਿਕ ਸਥਾਨ ਉਸਰਿਆ ਜਿਸ ਦੇ ਦਰਸ਼ਨਾਂ ਦੇ ਲਈ ਅੱਜ ਅਸੀਂ ਪਹੁੰਚੇ ਹਾਂ। ਸੋ ਇਤਿਹਾਸ ਕੀ ਹੈ, ਇਤਿਹਾਸਕ ਪੱਖ ਤੋਂ ਕਿਸ ਤਰੀਕੇ ਦੇ ਨਾਲ ਇਹ ਸਥਾਨ ਜਿਹੜਾ ਵਿਸ਼ੇਸ਼ ਹੈ, ਅਰਦਾਸ ਦੇ ਵਿੱਚ ਇਸ ਅਸਥਾਨ ਦਾ ਜ਼ਿਕਰ ਕਿਵੇਂ ਆਉਂਦਾ, ਇਹ ਸਾਰੀਆਂ ਗੱਲਾਂ ਬਾਤਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਅਸੀਂ ਗੱਲਬਾਤ ਕਰਕੇ ਜਾਣਾਂਗੇ। ਆਓ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਦਰਸ਼ਨਾਂ ਤੋਂ ਬਾਅਦ ਇਸ ਵੇਲੇ ਮੇਰੇ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ, ਕਿਉਂਕਿ ਇਸ ਅਸਥਾਨ ਦਾ ਜੋ ਇਤਿਹਾਸ ਹੈ, ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਮਹਾਨ ਇਤਿਹਾਸ ਹੈ ਤੇ ਉਸ ਇਤਿਹਾਸ ਤੋਂ ਸਾਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਇਤਿਹਾਸ ਦੀ ਮੈਂ ਗੱਲ ਕਰ ਰਿਹਾ ਵੀ ਇੰਨਾ ਵੱਡਾ ਸਥਾਨ ਸ਼ਹੀਦ ਬਾਬਾ ਜੈ ਸਿੰਘ ਦਾ ਇਹ ਸਥਾਨ, ਜਦੋਂ ਅਸੀਂ ਪਿੱਛੇ ਝਾਤ ਮਾਰਦੇ ਹਾਂ, ਇਤਿਹਾਸ ਸ਼ੁਰੂ ਕਿੱਥੋਂ ਹੁੰਦਾ ਹੈ ਇਸ ਸਥਾਨ ਦਾ? ਸਿੱਖ ਪੰਥ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ, ਜਿਨ੍ਹਾਂ ਨੂੰ ਸੰਮਤ 1810 ਸੰਨ 1753 ਈਸਵੀ ਦੇ ਵਿੱਚ ਸਰਹੰਦ ਦਾ ਨਵਾਬ ਅਬਦੁਲ ਸਮਦ ਖਾਨ, ਜੋ ਕਿ ਸਰਹੰਦ ਤੋਂ ਪਟਿਆਲੇ ਨੂੰ ਜਾ ਰਿਹਾ ਸੀ, ਤਾਂ ਜਦੋਂ ਉਹ ਪਟਿਆਲੇ ਨੂੰ ਜਾ ਰਿਹਾ ਸੀ, ਜਾਂਦੇ ਸਮੇਂ ਲਓ ਲਸਕਰ ਦੇ ਸਮੇਤ ਇਸ ਜਗ੍ਹਾ 'ਤੇ ਉਹ ਬਾਬਾ ਜੀ ਦੇ ਜਿਹੜੇ ਦਰਖਤ ਨੇ ਇਹਨਾਂ ਦੇ ਕੋਲ ਆਰਾਮ ਕਰਨ ਵਾਸਤੇ ਰੁਕਿਆ। ਜਦੋਂ ਉਹ ਰੁਕਿਆ ਤਾਂ ਉਹਨਾਂ ਦੇ ਕੋਲ ਕੁਝ ਸਮਾਨ ਸੀ। ਉਸ ਸਮਾਨ ਨੂੰ ਉਹਨਾਂ ਨੇ ਮਤਲਬ ਚਕਵਾਉਣਾ ਸੀ ਕਿਸੇ ਕੋਲੋਂ। ਜਦੋਂ ਉਹ ਜਾਣ ਲੱਗੇ, ਇੱਥੋਂ ਸਮਾਨ ਆਰਾਮ ਕਰਨ ਤੋਂ ਬਾਅਦ ਜਾਣ ਲੱਗੇ, ਤਾਂ ਜਿਹੜਾ ਸਮਾਨ ਸੀ ਉਹ ਚਕਵਾਉਣ ਵਾਸਤੇ ਉਹਨਾਂ ਨੇ ਕਿਹਾ ਕਿ ਵੀ ਸਿੰਘ ਲੈ ਕੇ ਆਓ, ਜਿਹੜਾ ਇਹ ਸਾਡਾ ਸਮਾਨ ਚੁੱਕ ਕੇ ਅੱਗੇ ਛੱਡ ਕੇ ਆਵੇ। ਤਾਂ ਇੱਥੇ ਜਿਹੜੇ ਉਹਦੇ ਸਿਪਾਹੀ ਸੀ ਉਹ ਬਾਬਾ ਜੀ ਪਾਸ ਗਏ, ਕਿਉਂਕਿ ਬਾਬਾ ਜੀ ਅੰਮ੍ਰਿਤਧਾਰੀ ਹੈਗੇ ਸੀ, ਉਹਨਾਂ ਨੇ ਸ੍ਰੀ ਸਾਹਿਬ ਪਾਏ ਹੋਏ ਸੀ। ਬਾਬਾ ਜੀ ਨੇ ਬੁਲਾਇਆ ਗਿਆ, ਉਹਨਾਂ ਨੂੰ ਕਿਹਾ ਕਿ ਅਸੀਂ ਤੇਰੇ ਕੋਲੋਂ ਲੰਘ ਕੇ ਆਏ ਹਾਂ, ਤੈਂ ਸਾਨੂੰ ਸਲਾਮ ਕਿਉਂ ਨਹੀਂ ਬੁਲਾਈ? ਬਾਬਾ ਜੀ ਨੇ ਕਿਹਾ ਕਿ ਅਸੀਂ ਸਲਾਮ ਨਹੀਂ ਬੁਲਾਉਂਦੇ, ਅਸੀਂ ਗੁਰੂ ਸਾਹਿਬ ਵੱਲੋਂ ਸਾਨੂੰ ਜਿਹੜੀ ਫਤਿਹ ਦੀ ਸਾਂਝ ਜਿਹੜੀ ਹੈ ਅਸੀਂ ਉਹ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਸੀਂ ਫਤਿਹ ਬੁਲਾਉਂਦੇ ਹਾਂ, ਅਸੀਂ ਸਲਾਮ ਨਹੀਂ ਬੁਲਾਉਂਦੇ। ਤਾਂ ਜੋ ਉਹਨਾਂ ਦੇ ਸਿਪਾਹੀ ਸੀ ਉਹ ਕਹਿਣ ਲੱਗੇ ਕਿ ਤੈਨੂੰ ਸਲਾਮ ਬੁਲਾਉਣੀ ਪੈਣੀ ਹੈ, ਅਤੇ ਬਾਬਾ ਜੀ ਨੇ ਕਿਹਾ ਅਸੀਂ ਫਤਿਹ ਬੁਲਾਉਂਦੇ ਹਾਂ। ਅਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਕਿਹਾ ਕਿ ਸਾਡਾ ਜੋ ਇਹ ਸਮਾਨ ਹੈ ਇਸ ਨੂੰ ਚੁੱਕ ਕੇ ਤੂੰ ਅੱਗੇ ਛੱਡ ਕੇ ਆ, ਬਾਬਾ ਜੀ ਨੇ ਕਿਹਾ ਕਿ ਇਸ ਵਿੱਚ ਜੋ ਸਮਾਨ ਸਾਡਾ ਤੁਹਾਡਾ ਹੈ, ਇਸ ਦੇ ਵਿੱਚ ਹੈ ਕੀ ਆ? ਉਹਨਾਂ ਨੇ ਕਿਹਾ ਕਿ ਤੈਨੂੰ ਪੁੱਛਣ ਦਾ ਕੋਈ ਹੱਕ ਨਹੀਂ, ਵੀ ਇਹਦੇ ਵਿੱਚ ਜੋ ਮਰਜ਼ੀ ਹੈ, ਤੈਨੂੰ ਬਸ ਹੁਕਮ ਲੱਗ ਗਿਆ, ਉਹ ਸਮਾਨ ਚੱਕ ਕੇ ਤਾਂ ਅੱਗੇ ਛੱਡਣਾ ਹੈ। ਬਾਬਾ ਜੀ ਨੇ ਕਿਹਾ ਵੀ ਮੈਂ ਇਸ ਤਰ੍ਹਾਂ ਨਹੀਂ ਚੁੱਕਦਾ, ਮੈਨੂੰ ਪਤਾ ਲੱਗੇ ਪਹਿਲਾਂ ਵੀ ਇਸ ਵਿੱਚ ਹੈ ਕੀ ਆ। ਤਾਂ ਉਹਨਾਂ ਦੇ ਨੇੜੇ ਖੜਾ ਸੀ ਉਹਨਾਂ ਦਾ ਕੋਤਵਾਲ ਨਿਜ਼ਾਮਦੀਨ, ਉਸਨੇ ਕਿਹਾ ਕਿ ਇਸ ਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਹੈ, ਤੰਬਾਕੂ। ਬਾਬਾ ਜੀ ਨੇ ਕਿਹਾ ਕਿ ਅਸੀਂ ਹੁੱਕੇ ਵਾਲੀ ਪੰਡ ਨੂੰ ਤਾਂ ਅਸੀਂ ਸਿਰ 'ਤੇ ਚੁੱਕਣ ਦਾ ਵੱਖ ਗੱਲ ਰਹੀ, ਅਸੀਂ ਇਹਨੂੰ ਹੱਥ ਤੱਕ ਵੀ ਨਹੀਂ ਲਾਉਂਦੇ। ਤਾਂ ਜੋ ਸਿਪਾਹੀ ਸੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਕਿ ਤੁਸੀਂ ਸਮਾਨ ਚੁੱਕੋ। ਇਹ ਬਾਬਾ ਜੀ ਨੇ ਕਿਹਾ ਵੀ ਅਸੀਂ ਇਹ ਸਮਾਨ ਨਹੀਂ ਚੁੱਕਦੇ, ਅੜੇ ਰਹੇ ਉਹ। ਤਾਂ ਬਾਬਾ ਜੀ ਨੂੰ ਤਸੀਹੇ ਦੇਣਾ ਸ਼ੁਰੂ ਕਰ ਦਿੱਤੇ ਉਹਨਾਂ ਨੇ। ਫਿਰ ਪੁੱਛਿਆ ਗਿਆ ਕਿ ਤੂੰ ਕਹਿੰਦਾ ਕਿੱਥੇ ਹੈ? ਬਾਬਾ ਜੀ ਨੇ ਕਿਹਾ ਕਿ ਇੱਥੇ ਨੇੜੇ ਰਵਿਦਾਸੀਆਂ ਦੀ ਬਸਤੀ ਆ, ਮੇਰਾ ਪਰਿਵਾਰ ਰਹਿੰਦਾ, ਮੇਰਾ ਉੱਥੇ ਘਰ ਆ। ਤਾਂ ਜੋ ਬਾਬਾ ਜੀ ਦਾ ਪਰਿਵਾਰ ਸੀ
ਉਸ ਨੂੰ ਬੁਲਾਇਆ ਗਿਆ। ਪਰਿਵਾਰ ਨੂੰ ਵੀ ਕਿਹਾ ਕਿ ਸਾਡਾ ਜੋ ਸਮਾਨ ਹੈ ਇਸ ਨੂੰ ਚੁੱਕ ਕੇ ਅੱਗੇ ਛੱਡ ਕੇ ਆਓ, ਕਿ ਜਦੋਂ ਪਰਿਵਾਰ ਆਇਆ ਤਾਂ ਬਾਬਾ ਜੀ ਨੂੰ ਉਹ ਉਸ ਟਾਈਮ ਤਸੀਹੇ ਦੇ ਰਹੇ ਸਨ। ਜਦੋਂ ਉਹਨਾਂ ਨੇ ਕਿਹਾ ਵੀ ਸਾਡਾ ਸਮਾਨ ਤੁਸੀਂ ਚੁੱਕ ਕੇ ਛੱਡ ਕੇ ਆਓ, ਤਾਂ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਵੀ ਅਸੀਂ ਵੀ ਨਹੀਂ ਇਹ ਚੁੱਕਦੇ, ਕਿਉਂਕਿ ਇਹ ਜੋ ਤੰਬਾਕੂ ਵਾਲੀ ਪੰਡ ਹੈ। ਉਹਨਾਂ ਨੂੰ ਤਸੀਹੇ ਦੇ ਕੇ ਮਤਲਬ ਸ਼ਹੀਦ ਕਰਤਾ ਪਰਿਵਾਰ ਨੂੰ ਵੀ, ਜਿਸ ਦੇ ਵਿੱਚ ਬਾਬਾ ਜੀ ਧਰਮ ਸਪਤਨੀ ਮਾਤਾ ਧੰਨ ਕੌਰ, 2 ਸਪੁੱਤਰ ਭਾਈ ਕੜਾਕਾ ਸਿੰਘ, ਭਾਈ ਖੜਕ ਸਿੰਘ ਅਤੇ ਇੱਕ ਨੂੰਹ ਅਮਰ ਕੌਰ, 4 ਮੈਂਬਰਾਂ ਨੂੰ ਬਾਬਾ ਜੀ ਦੇ ਸਾਹਮਣੇ ਉਹਨਾਂ ਨੇ ਕੋਹ ਕੇ ਸ਼ਹੀਦ ਕਰਤਾ। ਅਤੇ ਫਿਰ ਫੈਸਲਾ ਹੋਇਆ ਉਹਨਾਂ ਦਾ ਵੀ ਆਪਾਂ ਜੋ ਇਹ ਬਾਬਾ ਜੈ ਸਿੰਘ ਜੀ ਹੁਣ ਬਚ ਗਏ ਹਨ, ਉਹਨਾਂ ਨੂੰ ਫਿਰ ਦੁਬਾਰਾ ਪੁੱਛਿਆ ਗਿਆ ਕਿ ਤੇਰਾ ਪਰਿਵਾਰ ਤਾਂ ਸ਼ਹੀਦ ਹੋ ਗਿਆ, ਅਤੇ ਜੋ ਤੈਨੂੰ ਇਹ ਹੁਕਮ ਲੱਗਿਆ ਇਹਨੂੰ ਹੁਣ ਤੂੰ ਪਗਾ। ਬਾਬਾ ਜੀ ਨੇ ਕਿਹਾ ਕਿ ਇਹ ਮੈਂ ਬਿਲਕੁਲ ਨਹੀਂ ਕਰਦਾ, ਮੇਰਾ ਪਰਿਵਾਰ ਸ਼ਹੀਦ ਹੋ ਗਿਆ, ਮੈਂ ਕੀ ਕਰਨਾ। ਫਿਰ ਉਹਨਾਂ ਨੇ ਬਾਬਾ ਜੀ ਨੂੰ ਫੈਸਲਾ ਕੀਤਾ ਵੀ ਆਪਾਂ ਕੀ ਕਰੀਏ, ਕਿਵੇਂ ਇਹਨੂੰ ਸ਼ਹੀਦ ਕਰੀਏ, ਕਿਵੇਂ ਮਾਰੀਏ। ਉਹਨਾਂ ਨੇ ਇੱਕ ਦਰਖਤ ਖੜਾ ਆਪਣੇ ਨਾਲ, ਇਹਦੇ ਨਾਲ ਉਹਨਾਂ ਨੇ ਪੁੱਠਾ ਲਟਕਾਇਆ, ਪੁੱਠਾ ਲਟਕਾ ਕੇ ਲੱਤਾਂ ਬੰਨ੍ਹ ਕੇ ਥੱਲੇ ਲਮਕਾ ਕੇ ਉਹਨਾਂ ਦੀ ਪੈਰ ਦੇ ਅੰਗੂਠੇ ਤੋਂ ਲੈ ਕੇ ਉਹਨਾਂ ਦੀ ਪੁੱਠੀ ਖੱਲ ਉਤਾਰਨੀ ਸ਼ੁਰੂ ਕਰ ਦਿੱਤੀ, ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਪੁੱਠੀਆਂ ਖੱਲਾਂ ਉਤਰਵਾਈਆਂ। ਜਿਵੇਂ ਕਿ ਪੁਰਾਤਨ ਗੁਟਕਾ ਸਾਹਿਬ ਜੋ ਹੈਗੇ ਹਨ, ਉਹਦੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਕਟਾਏ, ਖੋਪਰ ਲਹਾਏ, ਚੱਕੜੀਆਂ ਚੜ੍ਹੇ, ਪੁੱਠੀਆਂ ਖੱਲਾਂ ਉਤਰਵਾਈਆਂ। ਇਹ ਸ਼ਬਦ ਜੋ ਹੈ ਪੁਰਾਤਨ ਗੁਟਕਾ ਸਾਹਿਬ ਜੋ ਪੁਰਾਤਨ ਅਰਦਾਸ ਉਹਦੇ ਵਿੱਚ ਮੌਜੂਦ ਸੀ। ਜੋ ਅੱਜ ਦੇ ਗੁਟਕਾ ਸਾਹਿਬ ਨੇ ਉਸ ਦੇ ਵਿੱਚ ਉਹ ਸ਼ਬਦ ਪੁੱਠੀਆਂ ਖੱਲਾਂ ਉਤਰਵਾਈਆਂ ਸ਼ਬਦ ਜੋ ਕੱਟਿਆ ਗਿਆ, ਜਿਸ ਦਾ ਸਾਨੂੰ ਸੰਗਤਾਂ ਨੂੰ ਵੀ ਕਾਫੀ ਜ਼ਿਆਦਾ ਰੋਸ ਹੈ ਕਿ ਐਡੇ ਵੱਡੇ ਮਹਾਨ ਸ਼ਹੀਦ ਜਿਨ੍ਹਾਂ ਨੇ ਪੁੱਠੀ ਖੱਲ ਤਰਵਾਰੀ, ਪੂਰਾ ਪਰਿਵਾਰ ਸ਼ਹੀਦ ਹੋ ਗਿਆ, ਲੇਕਿਨ ਉਹਨਾਂ ਦਾ ਜੋ ਅਰਦਾਸ ਵਿੱਚ ਪੁੱਠੀਆਂ ਖੱਲਾਂ ਲੋਹਾਈਆਂ ਸ਼ਬਦ ਅੰਕਿਤ ਸੀ, ਕੱਟਿਆ ਗਿਆ, ਜਿਸ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਕਾਫੀ ਜ਼ਿਆਦਾ ਰੋਸ ਹੈ। ਆਪ ਜੀ ਪਾਸ ਪੁਰਾਤਨ ਗੁਟਕਾ ਸਾਹਿਬ ਆਇਆ ਕਿੱਥੋਂ, ਕਿਉਂਕਿ ਇਸ ਸਥਾਨ ਦੇ ਉੱਤੇ ਸੁਸ਼ੋਭਿਤ ਹੈ? ਹਾਂਜੀ, ਜੋ ਪੁਰਾਤਨ ਗੁਟਕਾ ਸਾਹਿਬ ਸੀ, ਸ਼ਹੀਦ ਬਾਬਾ ਜੈ ਸਿੰਘ ਜੀ ਖਲਕੜ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ 6ਵੀਂ ਪੀੜ੍ਹੀ ਦੇ ਵਿੱਚੋਂ ਸਰਦਾਰ ਅਮਰਜੀਤ ਸਿੰਘ ਜੀ ਹਨ, ਜੋ ਕਿ ਇਸ ਟਾਈਮ ਵੀ ਹੈਗੇ ਨੇ। ਉਹ ਸਾਡੇ ਪਾਸ ਉਹ ਗੁਟਕਾ ਸਾਹਿਬ, ਪੁਰਾਤਨ ਗੁਟਕਾ ਸਾਹਿਬ ਲੈ ਕੇ ਆਏ, ਅਸੀਂ ਉਹ ਅੱਜ ਵੀ ਸੰਭਾਲ ਕੇ ਰੱਖੇ ਹੋਏ ਹਨ, ਜਿਸ ਦੀਆਂ ਅਸੀਂ ਕਾਪੀਆਂ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬਾਨ ਦੇ 5 ਅਕਾਲ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਅਸੀਂ ਭੇਜ ਚੁੱਕੇ ਹਾਂ, ਸ਼੍ਰੋਮਣੀ ਕਮੇਟੀ ਨੂੰ ਭੇਜ ਚੁੱਕੇ ਹਾਂ, SGBC ਨੂੰ, ਵੀ ਇਹ ਜੋ ਅਰਦਾਸ ਵਿੱਚ ਲਿਖਿਆ ਹੋਇਆ ਸੀ ਪੁੱਠੀਆਂ ਖੱਲਾਂ ਤਰਵਾਈਆਂ ਸ਼ਬਦ ਕੱਟਿਆ ਕਿਉਂ ਗਿਆ, ਇਸ ਨੂੰ ਦੁਬਾਰਾ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਜਾਵੇ। ਕੋਈ ਜਵਾਬ ਮਿਲਿਆ ਉਹਨਾਂ ਵੱਲੋਂ? ਕੋਈ ਜਵਾਬ ਨਹੀਂ ਆਇਆ ਜੀ ਸਾਡੇ ਕੋਲ। ਅਸੀਂ ਇੱਕ ਵਾਰੀ ਨਹੀਂ ਕਈ ਵਾਰੀ ਅਸੀਂ ਲਿਖ ਕੇ ਦੇ ਚੁੱਕੇ ਹਾਂ। ਅਤੇ ਜਦੋਂ ਬਾਬਾ ਜੀ ਦਾ ਪਰਿਵਾਰ ਵੀ ਸ਼ਹੀਦ ਹੋ ਗਿਆ, ਬਾਬਾ ਜੀ ਨੇ ਪੁੱਠਾ ਲਟਕਾ ਕੇ ਪੁੱਠੀ ਖੱਲ ਉਤਾਰਤੀ। ਇੱਕ ਉਹਦੀ ਨੂੰਹ ਬਚ ਗਈ ਜੀ, ਜਿਸ ਦਾ ਨਾਮ ਸੀ ਰਾਜ ਕੌਰ। ਅਸਲ 'ਚ ਨਾ ਮੈਂ ਇਹ ਸਵਾਲ ਤੇ ਇਹੀ ਤੇ ਆਉਣ ਲੱਗਿਆ ਸੀ, ਜਿਵੇਂ ਤੁਸੀਂ ਨੇ ਜ਼ਿਕਰ ਕੀਤਾ ਕਿ ਸਾਨੂੰ ਪੁਰਾਤਨ ਗੁਟਕਾ ਸਾਹਿਬ ਉਹਨਾਂ ਦੇ ਪਰਿਵਾਰ ਦੀ ਵੰਸ਼ ਦੇ ਵਿੱਚੋਂ ਮਿਲਿਆ ਨਾ, ਅਗਲੀ ਪੀੜ੍ਹੀਆਂ ਦੇ ਵਿੱਚੋਂ ਮਿਲਿਆ, ਵੀ ਜੋ ਇਹ ਸਥਾਨ ਹੈ ਇੱਥੇ ਬਾਬਾ ਜੀ ਦੇ ਨਾਲ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਸ਼ਹੀਦ ਕਰ ਦਿੱਤਾ, ਫਿਰ ਉਹਨਾਂ ਦੀ ਜਿਹੜੀ ਪੀੜ੍ਹੀ ਆ ਉਹ ਅੱਗੇ ਕਿਵੇਂ ਚੱਲਦੀ ਆ? ਜਿਹੜੀ ਬੀਬੀ ਰਾਜ ਕੌਰ ਸੀ, ਇੱਕ ਭਾਈ ਕੜਾਕਾ ਸਿੰਘ ਦੇ ਘਰ ਵਾਲੀ, ਉਹ ਉਸ ਟਾਈਮ ਗਰਭਵਤੀ ਸੀ ਜੀ। ਤਾਂ ਕਈਆਂ ਦੇ ਕਹਿਣ ਦੇ ਮੁਤਾਬਕ ਉਹ ਅੰਬਾਲੇ ਗਈ ਹੋਈ ਸੀ ਜੀ। ਉਹ ਤਾਂ ਉੱਥੇ ਉਹਨੇ ਜਨਮ ਦਿੱਤਾ ਬੱਚੇ ਨੂੰ, ਜੋ ਕਿ ਮਤਲਬ ਬੇਟਾ ਪੈਦਾ ਹੋਇਆ, ਅਤੇ ਉਸ ਦਾ ਨਾਮ ਰੱਖਿਆ ਗਿਆ ਊਧਮ ਸਿੰਘ। ਉਹਦੀ ਅੰਸ ਬੰਸ ਅੱਗੇ ਚੱਲੀ ਜੀ। ਉਹਦੇ ਵਿੱਚੋਂ ਸਰਦਾਰ ਅਮਰਜੀਤ ਸਿੰਘ ਜੀ ਨੇ 6ਵੀਂ ਪੀੜ੍ਹੀ ਵਿੱਚੋਂ, ਜਿਨ੍ਹਾਂ ਦੀ ਹੁਣ 9ਵੀਂ ਪੀੜ੍ਹੀ ਚੱਲ ਰਹੀ ਹੈ ਜੀ, ਉਹ ਇਸ ਸਥਾਨ 'ਤੇ ਉਹ ਆਉਂਦੇ ਰਹਿੰਦੇ ਹਨ ਅਤੇ ਹਰੇਕ ਸਾਲ ਹੀ ਇਸ ਸਥਾਨ 'ਤੇ ਆਉਂਦੇ ਨੇ। ਉਹ ਜਦੋਂ ਅਸੀਂ ਸ਼ਹੀਦੀ ਦਿਹਾੜਾ, ਸਾਲਾਨਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ, ਤਾਂ ਉਹਨਾਂ ਨੂੰ ਬਕਾਇਦਾ ਸੱਦਾ ਪੱਤਰ ਦੇ ਕੇ ਅਸੀਂ ਇਸ ਸਥਾਨ 'ਤੇ ਬੁਲਾ ਕੇ ਸੰਗਤਾਂ ਦੇ ਵਿੱਚ ਸਟੇਜ 'ਤੇ ਬੁਲਾ ਕੇ ਸਨਮਾਨ ਕਰਦੇ ਹਾਂ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਾਂ ਕਿ ਸ਼ਹੀਦ ਭਾਈ ਜੈ ਸਿੰਘ ਖਲਕੜ ਦੀ ਇਹ ਅੰਸ ਬੰਸ ਹੈ। ਬਾਬਾ ਜੀ, ਤੁਹਾਡੀ ਉਮਰ ਵਡੇਰੀ ਆ, ਤੁਸੀਂ ਵੀ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੋਵੋਗੇ ਪਹਿਲਾਂ ਬਾਬਾ ਜੈ ਸਿੰਘ ਬਾਰੇ, ਕਿ ਉਹ ਇੱਥੇ ਦੇ ਵਾਸੀ ਸੀਗੇ, ਹੈ ਨਾ, ਅਤੇ ਕੀ ਕਰਿਆ ਕਰਦੇ ਸੀ ਉਦੋਂ, ਅਤੇ ਜੋ ਇਹ ਘਟਨਾ ਵਾਪਰੀ ਜੋ ਭਾਈ ਸਾਹਿਬ ਹੋਰਾਂ ਨੇ ਸਾਨੂੰ ਵਿਸਥਾਰ ਦੇ ਵਿੱਚ ਦੱਸਿਆ, ਇਹਦੇ ਨਾਲ ਹੋਰ ਕਿਹੜੀ ਗੱਲ ਜੁੜੀ ਵੀ ਜਿਹੜੀ ਤੁਸੀਂ ਜਾਣਦੇ ਹੋ? ਸਾਨੂੰ ਜੀ ਇੱਥੇ ਪਤਾ ਲੱਗਾ ਨਾ, ਪਹਿਲਾਂ ਇਹ ਡੰਗਰਾਂ ਦੀ ਸੱਥ ਹੁੰਦੀ ਸੀ, ਇੱਥੇ ਕੱਚੀ ਸਮਾਧ ਹੁੰਦੀ ਸੀ, ਜਿਹਦੇ ਵਿੱਚ ਬਾਰਸ ਪੈ ਕੇ ਨਾ ਇੱਟਾਂ ਤਰਦੀਆਂ ਦੇਖੀਆਂ, ਇੱਟਾਂ ਇਕੱਠੀਆਂ ਹੋ ਕੇ ਦਰਖਤ ਦੇ ਜੜ੍ਹ 'ਚ ਆਈਆਂ। ਉਹ ਜਦੋਂ ਇੱਟਾਂ ਦਰਖਤ ਦੇ ਜੜ੍ਹ 'ਚ ਆਈਆਂ, ਉਹ ਬਰਾਲਾ ਹੋਇਆ ਵੀ ਦੇਖੋ ਵੀ ਇੱਟਾਂ ਤਰ ਕੇ, ਉਹ ਫਿਰ ਕਿਸੇ ਸਿੰਘ ਸਾਹਿਬ ਨੇ ਕੱਚੀ ਮਿੱਟੀ ਦੀ ਸਮਾਧ ਬਣਾਤੀ। ਉਹ ਜਦ ਸਮਾਧ ਬਣਦੀ, ਉਹਦੀ ਮੰਨਤਾ ਹੁੰਦੀ ਰਹੀ। ਪਹਿਲਾਂ ਤਾਂ 4 ਕੌਡੀਆਂ ਦੀ ਮੰਨਤਾ ਕਰਦੇ ਤੇ ਫਿਰ ਨੂਣ ਦੀ ਥੈਲੀ ਰੜਕੇ ਹੀ ਚੱਲਦੀ ਰਹੀ। ਉਹ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਪਰਿਵਾਰ ਦਾ ਸਰਦਾਰ ਅਮਰਜੀਤ ਸਿੰਘ ਸੀ, ਇਹ ਢਿੱਲੇ ਹੋ ਗਏ। ਢਿੱਲੇ ਹੋਣ ਕਰਕੇ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਕਿਸੇ ਚੰਗੇ ਬ੍ਰਹਮ ਗਿਆਨੀ 'ਤੇ ਪੁੱਛਿਆ
ਵੀ ਇਹ ਕਿਵੇਂ ਢਿੱਲੇ ਹੋਏ, ਕਿਵੇਂ ਇਹਨੂੰ ਹੋਇਆ। ਉਹ ਕਹਿੰਦੇ ਵੀ ਤੁਹਾਡਾ ਜਿਹੜਾ ਪਿਛੋਕਾ ਪਿੰਡ ਬਾਰਨ ਹੈ, ਉਹਦੇ ਪਿੰਡ ਦੇ ਚੜ੍ਹਦੇ ਪਾਸੇ ਸਮਾਧ ਹੈ, ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਮੰਨਤਾ ਕਰੋ, ਉਹਨਾਂ ਦੀ ਉਹ ਹੈ। ਉਹ ਫਿਰ ਇੱਥੇ ਆ ਕੇ ਉਹਨਾਂ ਨੇ ਇੱਥੇ ਸਾਡੇ ਖਜ਼ਾਨਚੀ ਸਾਹਿਬ ਖੜੇ ਨੇ, ਇਹਨਾਂ ਨੇ ਕਿਹਾ ਵੀ ਇਹਨਾਂ ਨੇ ਸਹਾਇਤਾ ਲਈ ਦੇਗ ਬਣਾਈ। ਉਹਨਾਂ ਨੇ ਦੇਗ ਬਣਾ ਕੇ ਜਦੋਂ ਅਮਰਜੀਤ ਸਿੰਘ ਕੂਈ ਦੇ ਵਿੱਚੋਂ ਪਾਣੀ ਲੈਣ ਗਿਆ, ਉਹ ਜਦੋਂ ਉਹਨੂੰ ਆਵਾਜ਼ ਆਈ ਕਹਿੰਦੇ ਵੀ ਹੁਣ ਤੁਹਾਡੀ ਅੱਖ ਖੁੱਲ੍ਹ ਗਈ ਇੰਨੇ ਚਿਰ ਬਾਅਦੋਂ, ਉਹ ਡਰ ਕੇ ਵਿੱਚ ਛੱਡਿਆ। ਫਿਰ ਉਹ ਜਾ ਕੇ ਪਾਣੀ ਲਿਆਏ, ਉਹਨਾਂ ਦੇਗ ਸਜਾਈ। ਦੇਗ ਸਜਾ ਕੇ ਉਹਨਾਂ ਨੇ ਫਿਰ 5 ਅਖੰਡ ਪਾਠ ਲਗਾਤਾਰ ਕਰਾਉਂਦੇ ਰਹੇ ਉੱਥੇ ਤੇ ਪਤਾ ਲੱਗਿਆ ਵੀ ਉਹਨੂੰ ਆਰਾਮ ਹੋ ਗਿਆ। ਉਹ ਫਿਰ ਉਹ ਪਰਿਵਾਰ ਉਰੇ ਆ ਕੇ ਹਰ ਸਾਲ ਜਿੰਨੀ ਵੀ ਉਹਨਾਂ ਦੇ ਯੋਗਦਾਨ ਉਹਦੀ ਕਰਦੇ ਰਹੇ। ਫਿਰ ਇਹ ਖਜ਼ਾਨਚੀ ਸਾਹਿਬ ਨੇ ਇਹਨਾਂ ਦੀ ਕਮੇਟੀ ਉਹਨਾਂ ਨੇ ਬਣਾਈ। ਫਿਰ ਅੱਛਾ, ਉਸ ਤੋਂ ਪਹਿਲਾਂ ਨਹੀਂ ਸੀ ਉਹਨਾਂ ਨੂੰ ਪਤਾ ਕਿ ਸਾਡੇ ਬਜ਼ੁਰਗਾਂ ਦਾ ਇਹ ਸਥਾਨ ਆ? ਨਹੀਂ ਜੀ, ਉਹਨਾਂ ਤੋਂ ਪਹਿਲਾਂ ਪਤਾ ਨਹੀਂ था। ਉਹਨਾਂ ਤਾਂ ਜਦੋਂ ਬੰਦਾ ਉਹ ਫੜਿਆ ਗਿਆ ਨਾ, ਉਹਨੂੰ ਪੁੱਛਣ ਲੱਗੇ, ਕਿਸੇ ਵਿਦਵਾਨ ਨੇ ਦੱਸਿਆ ਵੀ ਤੁਸੀਂ ਪਿਛੋਕੇ ਪਿੰਡ ਦੇ ਵਿੱਚ ਜਾ ਕੇ, ਪਿੰਡ ਦੇ ਚੜ੍ਹਦੇ ਪਾਸੇ ਸਮਾਧ ਹੈ, ਉੱਥੇ ਜਾ ਕੇ ਤੁਸੀਂ ਬੇਨਤੀ ਕਰੋ। ਉਹਨਾਂ ਦੀ ਉਹ ਹੈ। ਉਰੇ ਆ ਕੇ ਫਿਰ ਉਹਨਾਂ ਨੇ ਬੇਨਤੀ ਕਰੀ। ਉਰੇ ਦੇ ਜਿਹੜੇ ਬਜ਼ੁਰਗ ਤੇ ਸਾਡੇ, ਉਹਨਾਂ ਨੂੰ ਪੁੱਛ ਕੇ, ਉਹਨਾਂ ਨੂੰ ਗੈਲ ਲੈ ਕੇ ਸਹਾਇਤਾ ਕਰਕੇ, ਉਰੇ ਚਾਦਰਾਂ ਲਾ ਕੇ, ਕੱਪੜੇ ਦੀਆਂ ਚਾਦਰਾਂ ਲਾ ਕੇ, ਕੋਈ ਇੱਥੇ ਹੁਣ ਤਾਂ ਬਸ ਉਹਨੂੰ ਚਾਦਰਾਂ ਲਾ ਕੇ ਉਹਨਾਂ ਨੇ ਅਖੰਡ ਪਾਠ ਕਰਾਇਆ। ਕੋਈ ਸਥਾਨ ਨਹੀਂ ਤਾਂ, ਕੁਛ ਨਹੀਂ ਤਾਂ, ਇੱਥੇ ਬਸ ਇਕੱਲੀ ਸਮਾਧ ਤੀ ਉਸ ਟਾਈਮ ਇੱਥੇ। ਕਿੰਨੀ ਕੁ ਪੁਰਾਣੀ ਗੱਲ ਆ ਬਾਪੂ ਜੀ ਇਹ? ਇਹ ਤਾਂ ਜੀ ਪੁਰਾਣੀ ਗੱਲ ਆ, ਕਾਫੀ ਚਿਰ ਦੀ ਪੁਰਾਣੀ ਗੱਲ ਆ। ਇਹ ਜਿਹੜਾ ਪਿੰਡ ਬਾਰਨਾ ਹੋਣਾ, ਉਹ ਪਿੰਡ ਦਾ ਨਾਮ ਦੱਸਦੇ ਨੇ ਵੀ ਮੁਗਲ ਮਾਜਰਾ ਦਾ। ਅੱਛਾ। ਉਹ ਪਿੰਡ ਜਿਹੜਾ ਹੈਗਾ ਨਾ, ਉਹ ਇਹ ਪਿੰਡ ਤੇ ਕੁਝ ਕਿਲੋਮੀਟਰ ਪਰਾਂ ਜਾ ਰਿਹਾ। ਉੱਥੇ ਅਸੀਂ ਨੇ ਹਲ ਵਾਹੇ ਨੇ ਉਹਦੇ ਉੱਤੇ, ਉਹ ਮੁਗਲ ਮਾਜਰਾ ਪਿੰਡ ਦੱਸਦੇ ਤੇ। ਉੱਥੇ ਹਲ ਵੀ ਚਲਾਏ ਨੇ ਅਸੀਂ ਨੇ, ਉਹਦੇ 'ਚੋਂ ਘੜੇ ਨਿਕਲਦੇ ਰਹੇ ਨੇ। ਉਸ ਪਿੰਡ 'ਚ ਬਾਬਾ ਜੈ ਸਿੰਘ ਦਾ ਜਨਮ ਹੋਇਆ ਜੀ। ਦੱਸਦੇ ਨੇ ਵੀ ਉਸ ਪਿੰਡ 'ਚ ਉਹਦੇ ਪਹਿਲੇ ਪਾਸੇ ਥੇਆ ਜਿਹੜਾ ਬਣਿਆ ਵਾ, ਪਿੰਡ ਤਾਂ ਸਾਨੂੰ ਨਹੀਂ ਪਤਾ ਹੈਗਾ ਦਿਖਿਆ। ਉੱਥੇ ਜਦੋਂ ਝੱਕਰੇ, ਟਿੰਡਾਂ, ਹੋਰ ਬਹੁਤ ਕੁਝ ਚੌਆਂ ਗੱਲ ਨਿਕਲੀਆਂ ਨੇ। ਉਹਦੇ ਪਹਿਲੇ ਪਾਸੇ ਕੂਈ ਸੀ ਇੱਕ, ਨਥਵਾਣਾ ਪਿੰਡ, ਨਥਵਾਣਾ ਟੋਭਾ ਕਹਿੰਦੇ ਉਹਨੂੰ। ਇੱਕ ਇੱਧਰਲੇ ਪਾਸੇ ਰਾਹਾ ਕਹਿੰਦੇ ਤੇ, ਇੱਧਰਲੇ ਪਾਸੇ। ਉਰਲੇ ਪਾਸੇ ਬਲਵਾਣਾ ਟੋਭਾ ਕਹਿੰਦੇ ਤੇ। ਉਹਦੇ 4 ਚੁਫੇਰੇ ਟੋਭੇ ਤੇ। ਇਹ ਸਥਾਨ ਜਿੱਥੇ ਆਪਾਂ ਇਸ ਵੇਲੇ ਖੜੇ ਆ, ਮਤਲਬ ਇਹਦੀ ਜੋ ਇਹ ਦਿੱਖ ਇਸ ਵੇਲੇ ਆ, ਇਹ ਕਦੋਂ ਬਦਲੀ? ਪਹਿਲਾਂ ਇੱਥੇ ਕਿੰਨੀ ਕੁ ਜਗ੍ਹਾ ਸੀਗੀ ਮੱਥਾ ਟੇਕਦੀ ਜਦੋਂ ਸੰਗਤ? ਇਹ ਜਦੋਂ ਸਮਾਧੀ ਦਾ ਸਥਾਨ ਤੁਸੀਂ ਦੱਸ ਰਹੇ ਹੋ ਜਿੱਥੇ ਹੈ ਨਾ ਬਾਬਾ ਜੈ ਸਿੰਘ ਹੋਣੀ ਜਿਹੜੇ ਆ, ਉਹ ਸਮਾਧੀ ਆ ਉਹਨਾਂ ਦੀ ਆ, ਮਤਲਬ ਇਹ ਕਿੰਨੀ ਕੁ ਜਗ੍ਹਾ ਪਹਿਲਾਂ ਬਦਲੀ ਹੋਈ ਸੀ ਤੇ ਹੁਣ ਸਥਾਨ ਇਹ ਕਾਫੀ ਵੱਡਾ ਬਣਿਆ ਆ? ਆਪਾਂ ਸਾਰਾ ਦੇਖ ਰਹੇ, ਇੱਧਰ ਵੀ ਗਰਾਊਂਡ ਪੱਧਰ ਹੋਇਆ। ਇਹ ਤਾਂ ਜੀ ਬਾਬਾ ਜੀ ਦੀ ਕੱਚੀ ਸਮਾਧ ਤੀ। ਕੱਚੀ ਸਮਾਧ ਤੇ ਫਿਰ ਇੱਕ ਬ੍ਰਹਮ ਸਿੰਘ ਹੌਲਦਾਰ ਆਇਆ ਫੌਜ 'ਚੋਂ, ਉਹਨੇ ਫਿਰ ਪੱਕੀ ਕਰਾਈ ਜੀ। ਇਹ ਉਹ 'ਤੇ ਪੱਕੀ ਕਰਾਉਣ 'ਤੇ ਕੰਮ ਸ਼ੁਰੂ ਹੁੰਦਾ ਰਿਹਾ। ਇੱਥੇ ਜੋ ਰਮਦਾਸੀਆਂ ਦੀਆਂ ਬੀਬੀਆਂ ਲੰਘਦੀਆਂ ਤੀਆਂ, ਉਹ ਬਿਲਕੁਲ ਘੁੰਡ ਕੱਢ ਕੇ ਲੰਘਦੀਆਂ ਤੀਆਂ। ਜੇ ਨਾ ਘੁੰਡ ਕੱਢਦੀਆਂ ਤਾਂ ਕਹਿੰਦੇ ਵੀ ਅੱਖਾਂ ਦੁਖਣੀਆਂ ਆ ਜਾਂਦੀਆਂ ਨੇ। ਇਹ ਫਿਰ ਇਵੇਂ ਜਿਵੇਂ ਮੱਥਾ ਟੇਕਦੇ ਰਹੇ, ਅਸੀਂ ਵੀ ਟੇਕਦੇ ਰਹੇ ਹਾਂ। ਫਿਰ ਉਹ ਆਪਣਾ ਅਮਰਜੀਤ ਸਿੰਘ ਨੇ ਜਿਹੜੇ ਅੰਬਾਲੇ ਦੇ ਤੇ, ਉਹ ਸਾਡੀ ਦੇਖਤ 'ਚ ਆਏ ਨੇ। ਫਿਰ ਉਹ ਭਾਈ ਸਾਹਿਬ ਕਿੰਨਵੀਂ ਪੀੜ੍ਹੀ ਆ ਅਮਰਜੀਤ ਸਿੰਘ ਉਹਨਾਂ ਦੀ ਜਿਹੜੇ ਜ਼ਿਕਰ ਕਰ ਰਹੇ ਆ? 6ਵੀਂ ਪੀੜ੍ਹੀ ਆ? 6ਵੀਂ ਪੀੜ੍ਹੀ ਵਿੱਚੋਂ ਸਰਦਾਰ ਅਮਰਜੀਤ ਸਿੰਘ ਜੀ ਨੇ ਜੀ, ਤੇ ਬਾਕੀ ਜਿਹੜੀ 9ਵੀਂ ਪੀੜ੍ਹੀ ਹੈ ਹੁਣ, ਉਹਦੇ ਵਿੱਚੋਂ ਬੱਚੇ ਨੇ ਹੁਣ ਛੋਟੇ ਜੀ, ਉਹ ਜਿਨ੍ਹਾਂ ਦੀ ਉਮਰ ਮਤਲਬ 5 ਸਾਲ 10 ਸਾਲ ਇਸ ਤਰ੍ਹਾਂ ਹੈਗੀ ਹੈ ਜੀ। ਜਿਹੜੀ 9ਵੀਂ ਪੀੜ੍ਹੀ ਦੇ ਵਿੱਚੋਂ ਨੇ ਜੀ, ਇਸ ਸਥਾਨ ਤੇ ਆਉਂਦੇ ਨੇ ਜੀ। ਉਹ ਇਹ ਅਸਥਾਨ ਦਾ ਮੈਂ ਬਾਪੂ ਜੀ ਉਹਨਾਂ ਨੂੰ ਪੁੱਛ ਰਿਹਾ ਸੀਗਾ ਕਿ ਹੁਣ ਬਹੁਤ ਨਾ ਸੁੰਦਰ ਬਿਲਡਿੰਗ ਬਣੀ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਨਾ, ਤੇ ਪਹਿਲਾਂ ਕਿਵੇਂ ਦਾ ਸੀ ਇਹ ਸਥਾਨ, ਤੇ ਕਦੋਂ ਤੋਂ ਜਿਹੜਾ ਆ ਵੀ ਹਾਂ ਉਹਨਾਂ ਨੂੰ ਪਤਾ ਲੱਗਿਆ ਤੇ ਹੋਰ ਜਿਹੜੀ ਇਲਾਕੇ ਦੀ ਸੰਗਤ ਆ ਉਹ ਜਾਗਰੂਕ ਹੋਈ? ਕਦੋਂ ਇਹ ਵੇਲਾ ਕਦੋਂ ਸੀਗਾ? ਇਸ ਸਥਾਨ ਦਾ ਨਾਮ ਬਾਬਾ ਜੀ ਦਾ ਕਿਸੇ ਨੂੰ ਪਤਾ ਨਹੀਂ ਸੀ ਵੀ ਕੀ ਨਾਮ ਹੈ ਜੀ। ਇਹਨਾਂ ਨੂੰ ਕਿਹਾ ਜਾਂਦਾ ਜੀ ਬਾਬਾ ਖਲਕਟ, ਬਸ ਕੱਲਾ ਖਲਕਟ ਬਾਬਾ ਕਿਹਾ ਜਾਂਦਾ ਤਾ ਜੀ। ਫਿਰ ਹੌਲੀ ਹੌਲੀ ਪਤਾ ਲੱਗਿਆ ਜੀ, ਜਿਸ ਦੇ ਵਿੱਚ ਸਾਡੇ ਕੋਲ ਜੀ 3 ਅਪ੍ਰੈਲ 2001 ਨੂੰ ਕੁੰਦਨ ਸਿੰਘ ਪ੍ਰੇਮ ਨਾਮ ਦਾ ਲੇਖਕ ਆਇਆ ਜੀ, ਜਿਨ੍ਹਾਂ ਨੇ ਪਹਿਲੀ ਕਿਤਾਬ ਲਿਖੀ ਜੀ। ਉਸ ਦੇ ਵਿੱਚ ਉਹਨੇ ਜ਼ਿਕਰ ਕੀਤਾ ਜੀ, ਤੇ ਉਸ ਕਿਤਾਬ ਦੇ ਵਿੱਚ ਬਾਬਾ ਜੀ ਬਾਰੇ ਜੋ ਦੱਸਿਆ, ਫਿਰ ਅਸੀਂ ਉਹ ਜਿਹੜੀਆਂ ਬੁੱਕਾਂ ਸੀ ਜੀ ਸੰਤਾਂ ਮਹਾਂਪੁਰਸ਼ਾਂ ਕੋਲ ਲੈ ਕੇ ਗਏ ਜੀ। ਜਿਵੇਂ ਕਿ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਹੋ ਗਏ, ਉਹਨਾਂ ਨੂੰ ਅਸੀਂ ਜਿਹੜੀ ਇਹ ਬੁੱਕ ਸੀ 2006 ਦੇ ਵਿੱਚ ਅਸੀਂ ਉਹ ਦੇ ਕੇ ਆਏ। ਸਾਡੇ ਕੋਲ 3-4 ਦੇ ਵਿੱਚ ਸਾਡੇ ਕੋਲ ਪਹੁੰਚੀ ਜੀ ਉਹ।
ਤੇ ਜਿਹੜੀ ਕਿਤਾਬ ਸੀ ਜੀ ਉਹਨਾਂ ਨੇ ਫਿਰ ਇੱਥੇ ਅਸੀਂ ਦੀਵਾਨ ਸਜਾਏ ਜੀ। ਉਹਦੇ 'ਚ ਬਾਬਾ ਜੀ ਦੀ ਕਿਤਾਬ ਨੂੰ ਪੜ੍ਹ ਕੇ ਉਹਨਾਂ ਨੇ ਪ੍ਰਚਾਰ ਕੀਤਾ। ਪ੍ਰਚਾਰ ਕਰਨ ਦੇ ਨਾਲ ਜੀ ਹੌਲੀ ਹੌਲੀ ਸੰਤਾਂ ਮਹਾਂਪੁਰਸ਼ਾਂ ਜਾਂਦੇ ਗਏ ਜੀ, ਪ੍ਰਚਾਰ ਇਹ ਵੱਧਦਾ ਗਿਆ। ਲੇਕਿਨ ਜਿਹੜੀ ਆ ਸਮਾਧ ਹੈ ਜੀ, ਪਹਿਲਾਂ ਕੱਚੀ ਸਮਾਧ ਹੁੰਦੀ, ਜਿਵੇਂ ਦੱਸਿਆ ਜੀ ਚਾਚਾ ਜੀ ਨੇ ਵੀ ਸਮਾਧ ਕੱਚੀ ਹੁੰਦੀ ਸੀ ਜੀ। ਇਹ ਲਗਭਗ ਆਪਾਂ ਇਹਨੂੰ ਕਹਿ ਲਈਏ ਵੀ 20 ਕੁ ਸਾਲ ਤੋਂ ਇਹ ਜਿਹੜੀ ਆ ਇਹਦੀ ਦਿੱਖ ਬਦਲ ਗਈ। ਇਹਦੇ ਅੰਦਰ ਇੱਕ ਤਸਵੀਰ ਵੀ ਤੁਸੀਂ ਨੇ ਸਜਾਈ ਹੋਈ ਆ, ਉਹਦਾ ਕੀ ਪਿਛੋਕੜ ਆ? ਜਿਹੜੀ ਆ ਤਸਵੀਰ ਹੈ ਜੀ, ਆਹ ਤਸਵੀਰ ਵੀ ਸਰਦਾਰ ਅਮਰਜੀਤ ਸਿੰਘ 6ਵੀਂ ਪੀੜ੍ਹੀ ਵਾਲੇ ਜੋ ਅੰਬਾਲੇ ਵਾਲੇ ਬਾਬਾ ਜੈ ਸਿੰਘ ਦੀ ਅੰਸ਼ ਸਮਾਜ ਵਿੱਚੋਂ ਨੇ, ਉਹਨਾਂ ਦਾ ਪਰਿਵਾਰ ਇੱਥੇ ਲੈ ਕੇ ਆਇਆ ਸੀ ਜੀ। ਜਦੋਂ ਉਹ ਜਿਹੜੀ ਇਹ ਤਸਵੀਰ ਸੀ ਲੈ ਕੇ ਆਉਂਦੇ ਸੀ ਅੰਬਾਲੇ ਤੋਂ, ਜਦ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਸੀ ਜੀ, ਤਾਂ ਇੱਥੇ ਰੱਖ ਦਿੰਦੇ ਸੀ ਜੀ। ਉਹ ਤਾਂ ਪਿੰਡ ਵਿੱਚੋਂ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਸੀ ਜੀ, ਵੀ ਬਾਬਾ ਜੀ ਦੀ ਤਸਵੀਰ ਆਈ ਵੀ ਆਪਾਂ ਦੇਖ ਕੇ ਆਈਏ। ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਗਈ, ਉਸ ਤੋਂ ਬਾਅਦ ਚਲੇ ਜਾਂਦੇ ਸੀ ਲੈ ਕੇ ਨਾਲ। ਫਿਰ ਉਹ ਤਸਵੀਰ ਸਾਨੂੰ ਇੱਥੇ ਕਹਿਣ ਲੱਗੇ ਗੁਰਦੁਆਰਾ ਸਾਹਿਬ ਵੀ ਤੁਸੀਂ ਸੰਭਾਲ ਕੇ ਰੱਖੋ। ਤੁਸੀਂ ਸੰਭਾਲੀ ਜੀ, ਹੌਲੀ ਹੌਲੀ ਜਿਹੜੀ ਦੀ ਨੁਹਾਰ ਬਦਲੀ। ਫਿਰ ਇਹ ਆਪਣਾ SGBC ਨੇ ਜੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ 1/8/2011 ਨੂੰ ਗਿਆਨੀ ਗੁਰਬਚਨ ਸਿੰਘ ਜੀ ਨੇ ਮਤਲਬ ਇਹ ਉੱਥੇ ਸੁਸ਼ੋਭਿਤ ਕੀਤੀ ਜੀ। ਇੱਥੋਂ ਸੰਗਤਾਂ ਬੱਸਾਂ ਭਰ ਕੇ ਸੰਗਤ ਲੈ ਕੇ ਗਏ ਜੀ ਅਸੀਂ। ਉੱਥੇ ਸੰਗਤਾਂ ਦੇ ਸ਼ਮੂਲੀਅਤ ਦੇ ਵਿੱਚ ਮਤਲਬ ਇਹ ਜਿਹੜੀ ਤਸਵੀਰ ਹੈ ਉੱਥੇ ਇਹ ਸੁਸ਼ੋਭਿਤ ਕੀਤੀ, ਜਿਹੜੀ ਹੁਣ ਵੱਖ-ਵੱਖ ਗੁਰਦੁਆਰਾ ਸਾਹਿਬ ਇਤਿਹਾਸਕ ਸਥਾਨਾਂ ਵਿੱਚ ਜਿਵੇਂ ਸ੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ ਅਤੇ ਗੁਰਦੁਆਰਾ ਮਹਿਤਿਆਣਾ ਸਾਹਿਬ ਪੱਥਰ ਦੀ ਬਣੀ ਵੀ ਹੈ ਜੀ। ਇਹ ਵੱਖ-ਵੱਖ ਥਾਵਾਂ 'ਤੇ ਅਸੀਂ ਇਹਨੂੰ ਮਤਲਬ ਸੁਸ਼ੋਭਿਤ ਹੋ ਚੁੱਕੀਆਂ ਨੇ ਜੀ। ਇਹ ਹੁਣ ਸੰਗਤ ਨੂੰ ਪਤਾ ਲੱਗ ਰਿਹਾ ਨਾ ਵੀ ਇਸ ਮਹਾਨ ਜੋ ਸ਼ਹੀਦ ਆ ਸਿੱਖ ਕੌਮ ਦਾ ਮਤਲਬ ਪਹਿਲਾਂ ਤਾਂ ਦੇਖੋ ਉਹਨਾਂ ਦੇ ਪਰਿਵਾਰ ਦਾ ਵੀ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਸਾਡੇ ਵਡੇਰੇ ਪਿੰਡ ਬਾਰਨ ਦੇ ਵਿੱਚ ਉਹਨਾਂ ਦਾ ਅਸਥਾਨ ਹੈ। ਬਾਪੂ ਜੀ, ਕਿਹੜੇ ਮੌਕਿਆਂ ਦੇ ਉੱਤੇ ਸੰਗਤ ਜਿਹੜੀ ਵੱਡੇ ਰੂਪ ਦੇ ਵਿੱਚ ਇਕੱਤਰ ਹੁੰਦੀ ਹੈ? ਜਿਵੇਂ ਹਰ ਥਾਂ ਦੇ ਉੱਤੇ ਕੋਈ ਨਾ ਕੋਈ ਮੌਕਾ ਜਿਹੜਾ ਨਾ ਵੱਡੇ ਰੂਪ ਦੇ ਵਿੱਚ ਮਨਾਇਆ ਜਾਂਦਾ। ਇੱਥੇ ਜੀ ਫੱਗਣ ਸੁਦੀ ਜੀ 10ਵੀਂ ਮਨਾਈ ਜਾਂਦੀ ਹੈ। ਸੰਗਤਾਂ ਬਹੁਤ ਨਮਸਤਕ ਹੋ ਕੇ ਮੱਥਾ ਟੇਕਦੀਆਂ ਨੇ, ਦੂਰ ਦੂਰ ਤੇ ਆਲੇ ਦੁਆਲੇ ਤੇ ਸੰਗਤਾਂ ਆ ਕੇ ਇੱਥੇ ਫਿਰ ਜਿੰਨਾ ਵੀ ਉਹਨਾਂ ਦਾ ਯੋਗਦਾਨ ਪਾ ਕੇ ਨਗਰ ਕੀਰਤਨ ਵੀ ਛੱਡਦੇ ਨੇ, ਦੀਵਾਨ ਵੀ ਛੱਡਦੇ ਨੇ। ਜਿਹੜੇ ਦੀਵਾਨ ਛੱਡਦੇ ਨੇ ਉਹ ਸੰਗਤਾਂ ਦੇ ਸੰਯੋਗ ਨਾਲ ਇਲਾਕਾ ਹੀ ਹੁਣ ਤਾਂ ਮੰਨ ਰਿਹਾ ਜੀ। ਪਹਿਲਾਂ ਤਾਂ ਕੋਈ ਦੁਨੀਆ ਆਉਂਦੀ, ਹੁਣ ਤਾਂ ਤਕਰੀਬਨ ਇਲਾਕਾ ਹੀ ਬਹੁਤ ਸੁਚੱਜੇ ਢੰਗ ਨਾਲ, ਸਾਨੂੰ ਵੀ ਨਹੀਂ ਹੁਣ ਤਾਂ ਪਤਾ ਲੱਗਦਾ ਅਸੀਂ ਐਡੀ ਉਮਰ ਦੇ ਹੋ ਗਏ ਵੀ ਇਹ ਕਿਵੇਂ ਮਹਾਰਾਜ ਐਡਾ ਬੜਾ ਪ੍ਰੋਗਰਾਮ ਚਲਾ ਰਹੇ ਨੇ। ਇਹ ਤਾਂ ਚੱਲਦੇ ਹੀ ਦੇਖ ਰਹੇ ਹਾਂ ਅਸੀਂ ਤਾਂ, ਸਾਨੂੰ ਵੀ ਇੱਥੇ ਤੱਕ ਕੋਈ ਭੇਤ ਨਹੀਂ ਹੈਗਾ ਵੀ ਇਹ ਮਹਾਰਾਜ ਦੀ ਕਮਾਈ ਕਿਵੇਂ ਆ, ਵੀ ਕਿਵੇਂ ਚਲਾ ਰਹੇ ਨੇ। ਜਿਹੜਾ ਪੁਰਾਤਨ ਗੁਟਕਾ ਸਾਹਿਬ ਆ ਇਸ ਸਥਾਨ ਦੇ ਉੱਤੇ, ਉਹਦੇ ਵਿੱਚ ਜੋ ਅਰਦਾਸ ਬੇਨਤੀ ਆ, ਮੈਂ ਇਹ ਜਾਣਨਾ ਚਾਹੁੰਦਾ ਹਾਂ, ਸੰਗਤ ਨੂੰ ਵੀ ਹੋਊਗਾ ਵੀ ਇਸ ਸਥਾਨ ਦੇ ਉੱਤੇ ਉਹ ਅਰਦਾਸ ਬੇਨਤੀ ਉਸ ਗੁਟਕਾ ਸਾਹਿਬ ਵਾਲੀ ਹੁੰਦੀ ਆ, ਜਾਂ ਜੋ ਅੱਜ ਜਿਵੇਂ ਕਹਿ ਰਹੇ ਆ ਕਿ ਉਹ ਜਿਹੜਾ ਸ਼ਬਦ ਨੇ ਉਹ ਸ਼ਬਦ ਅੱਜ ਅਰਦਾਸ ਦੇ ਵਿੱਚ ਨਹੀਂ ਹੈਗੇ, ਇੱਥੇ ਅਰਦਾਸ ਕਿਹੜੀ ਹੁੰਦੀ ਆ? ਉਰੇ ਤਾਂ ਜੀ ਅਰਦਾਸ ਪੁੱਠੀਆਂ ਖੱਲਾਂ ਹੀ ਹੁੰਦੀਆਂ, ਜਿਹੜੀਆਂ ਬਾਹਰ ਨਹੀਂ ਅਸੀਂ ਸੁਣਦੇ ਕਿਤੇ। ਕਈ ਗੁਰਦੁਆਰਿਆਂ 'ਚ ਜਾਂਦੇ ਹਾਂ ਨਾ ਕਿਤੇ ਬਾਹਰ, ਅਸੀਂ ਕਈ ਗੁਰਦੁਆਰਿਆਂ 'ਚ ਸੁਣਦੇ ਨਹੀਂ ਹੈਗੇ ਵੀ ਪੁੱਠੀਆਂ ਖੱਲਾਂ ਲਹਾਈਆਂ। ਉੱਥੇ ਤਾਂ ਬਸ ਖੱਲਾਂ ਲਹਾਈਆਂ ਦਾ ਜ਼ਿਕਰ ਹੀ ਨਹੀਂ ਆਉਂਦਾ ਹੈਗਾ। ਉਰੇ ਅਸੀਂ ਜਿਹੜੀ ਹੁਣ ਲਵੇ ਲਾਉਣ ਦੇ ਗੁਰਦੁਆਰੇ ਵਾਲਿਆਂ ਨੇ ਕੁਛ ਗ੍ਰੰਥੀ ਸਾਹਿਬਾਨ ਇਹਦਾ ਨਾਂ ਲੈਣ ਲੱਗ ਗਏ ਜੀ। ਹੁਣ ਉਰੇ ਦੇਖਣੇ ਆਪਣਾ ਸਮਾਗਮ ਦੇਖਣ ਕਰਕੇ ਉਹ ਹੁਣ ਪੁੱਠੀਆਂ ਖੱਲਾਂ ਦਾ ਨਾਂ ਲੈਣ ਲੱਗ ਗਏ ਜੀ। ਇੰਨਾ ਸਾਨੂੰ ਵੀ ਪਤਾ, ਹੁਣ ਆਪਣੇ ਤਾਂ ਉਰੇ ਹੋਣਾ ਹੀ ਹੋਣਾ ਵੀ ਪੁੱਠੀਆਂ ਖੱਲਾਂ ਲਾਈਆਂ। ਇਹ ਤਾਂ ਆਪਣੇ ਦਾ ਰੋਜ਼ਾਨਾ ਹੁੰਦੀ ਉਹ 2 ਟਾਈਮ ਅਰਦਾਸ। ਲਗਾਤਾਰ ਕੋਸ਼ਿਸ਼ ਕਰ ਰਹੇ ਹੋ ਵੀ ਸ਼੍ਰੋਮਣੀ ਕਮੇਟੀ ਜਾਂ ਸਿੱਖ ਸੰਸਥਾ ਕੋਈ ਵੀ ਉਹਨਾਂ ਨੂੰ ਇਸ ਬਾਰੇ ਪਤਾ ਲੱਗੇ ਕਿ ਪੁਰਾਤਨ ਜਿਹੜਾ ਇਸ ਸਥਾਨ ਦਾ ਮਹੱਤਤਾ ਆ, ਇਤਿਹਾਸ ਹੈ, ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ। ਜਿਵੇਂ ਤੁਹਾਡੇ ਕੋਲ ਗੁਟਕਾ ਸਾਹਿਬ ਆ, ਉਸ ਦੇ ਵਿੱਚ ਜੋ ਅਰਦਾਸ ਬੇਨਤੀ ਆ, ਉਸੇ ਤਰੀਕੇ ਦੇ ਨਾਲ ਅੱਜ ਅਰਦਾਸ ਬੇਨਤੀ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਹੋਣੀ ਚਾਹੀਦੀ ਆ, ਅਤੇ ਪੁੱਠੀਆਂ ਖੱਲਾਂ ਜੋ ਇਸ ਅਸਥਾਨ ਦਾ ਇਤਿਹਾਸ ਹੈ ਉਹ ਸ਼ਾਮਲ ਹੋਣਾ ਚਾਹੀਦਾ। ਹਾਂਜੀ ਹਾਂ, ਜੋ ਇਹ ਪੁੱਠੀਆਂ ਖੱਲਾਂ ਲਹਾਈਆਂ ਸ਼ਬਦ ਹੈਗਾ ਜੀ, ਮੈਂ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਵੀ ਅਸੀਂ ਉਹ ਲਿਖ ਕੇ ਮਤਲਬ ਜਿਹੜੇ ਸ੍ਰੀ ਅਕਾਲ ਤਖਤ ਸਾਹਿਬਾਨ ਨੇ ਅਸੀਂ ਸਾਰਿਆਂ ਕੋਲ ਭੇਜ ਚੁੱਕੇ ਹਾਂ ਜੀ ਉਹ। ਅਤੇ ਅਸੀਂ ਫਿਰ ਵੀ ਬੇਨਤੀ ਕਰਦੇ ਹਾਂ ਵੀ ਜੋ ਇਹ ਪੁੱਠੀਆਂ ਖੱਲਾਂ ਲਹਾਈਆਂ ਸ਼ਬਦ ਹੈਗਾ, ਇਹ ਅਰਦਾਸ ਦੇ ਵਿੱਚ ਦੁਬਾਰਾ ਸ਼ਾਮਲ ਕੀਤਾ ਜਾਵੇ, ਤਾਂ ਕਿ ਜੋ ਇੱਕ ਤੰਬਾਕੂ ਦੀ ਪੰਡ ਨੂੰ ਹੱਥ ਸਿਰ 'ਤੇ ਚੁੱਕਣ ਦੇ ਬਜਾਏ ਹੱਥ ਤੱਕ ਨਹੀਂ ਲਾਇਆ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰਤਾ, ਲੇਕਿਨ ਆਪਣਾ ਸਿਰਕ ਨਹੀਂ ਹਾਰੇ। ਪੁੱਠੀ ਖੱਲ ਤਰਵਾਰੀ, ਪੁੱਠੀਆਂ ਖੱਲਾਂ ਤਰਵਾਈਆਂ ਸ਼ਬਦ ਅਸੀਂ ਕਾਪੀ ਗੁਟਕਾ ਸਾਹਿਬ ਦੇ ਵਿੱਚ ਤੁਹਾਨੂੰ ਅਸੀਂ ਦਰਸ਼ਨ ਵੀ ਕਰਾ ਚੁੱਕੇ ਹਾਂ। ਅਤੇ ਲੇਕਿਨ ਇਸ ਦੇ ਉੱਪਰ ਕੋਈ SGBC ਜਾਂ ਕੋਈ ਹੋਰ ਕੋਈ ਗੌਰ ਨਹੀਂ ਕਰ ਰਹੀ। ਇਸ ਦੇ ਵਿੱਚ ਆਪਣਾ ਲਗਭਗ 2016 ਦੇ ਵਿੱਚ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਨੀਂਹ ਪੱਥਰ ਰੱਖਿਆ ਸੀ ਜੀ। ਯਾਦਗਾਰ ਬਣਾਉਣ ਵਾਸਤੇ ਇਹਨਾਂ ਦੀ ਯਾਦ ਵਿੱਚ ਸ਼ਹੀਦੀ ਯਾਦਗਾਰ 31/12/2016 ਨੂੰ ਇੱਥੇ ਬਾਦਲ ਸਾਹਿਬ ਆਏ ਸੀ ਜੀ। ਉਹਨਾਂ ਨੇ ਯਾਦਗਾਰ ਬਣਾਉਣ ਵਾਸਤੇ ਸਾਨੂੰ ਮਤਲਬ 10.5 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਸੀ ਜੀ, ਜਿਹਨੂੰ ਘਟਾਇਆ ਗਿਆ, ਫਿਰ ਘਟਾ ਕੇ 2 ਕਰੋੜ 18 ਲੱਖ ਰੁਪਏ ਦਾ ਰੱਖਿਆ ਗਿਆ ਜੀ। ਉਹ 2 ਕਰੋੜ 18 ਲੱਖ ਰੁਪਏ ਦਾ ਰੱਖ ਕੇ ਜਦੋਂ ਨੀਂਹ ਪੱਥਰ ਰੱਖਿਆ ਤਾਂ ਸਾਨੂੰ ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਇੱਕ ਚੈੱਕ ਦਿੱਤਾ 1 ਕਰੋੜ ਰੁਪਏ ਦਾ।
ਇਹ ਸੰਗਤਾਂ ਨੂੰ ਅਸੀਂ ਤਾਂ ਦੱਸਦੇ ਹਾਂ ਕਿ ਸੰਗਤਾਂ ਦੇ ਕਈਆਂ ਦੇ ਮਨ ਦੇ ਵਿੱਚ ਖਿਆਲ ਹੈ ਕਿ ਜੋ ਪੈਸਾ ਕਰੋੜ ਰੁਪਈਆ ਮਿਲਿਆ ਗੁਰਦੁਆਰਾ ਸਾਹਿਬ ਨੂੰ, ਕਿਉਂ ਅਖਬਾਰਾਂ ਦੇ ਵਿੱਚ ਬਹੁਤ ਗਿਆ ਜ਼ਿਕਰ ਉਹਦਾ, ਤੇ ਅਸੀਂ ਸੰਗਤਾਂ ਨੂੰ ਤਾਂ ਹੀ ਦੱਸਦੇ ਹਾਂ, ਹਰੇਕ ਜਗ੍ਹਾ 'ਤੇ ਇਹ ਗੱਲ ਕਰਦੇ ਹਾਂ ਵੀ ਉਸ ਦੇ ਵਿੱਚੋਂ ਸਾਡੇ ਕੋਲ 1 ਰੁਪਈਆ ਵੀ ਨਹੀਂ ਆਇਆ। 1 ਕਰੋੜ ਦਾ ਚੈੱਕ ਪ੍ਰਧਾਨ ਸਾਹਿਬ ਨੂੰ ਬਾਦਲ ਸਾਹਿਬ ਨੇ ਫੜਾਇਆ, ਤੇ ਸ੍ਰੀ ਰਾਮਵੀਰ ਡੀਸੀ ਸਾਹਿਬ ਪਟਿਆਲਾ ਤੋਂ ਉਸ ਟਾਈਮ ਹੈਗੇ ਸੀ, ਉਹਨਾਂ ਨੇ ਨਾਲ ਦੀ ਨਾਲ ਚੈੱਕ ਫੜ ਲਿਆ ਜੀ। ਉਹ ਜੋ ਚੈੱਕ ਸਾਨੂੰ ਅੱਜ ਤੱਕ ਵੀ ਨਹੀਂ ਮਿਲਿਆ। ਅਸੀਂ ਸ਼ਾਸਨ ਪ੍ਰਸ਼ਾਸਨ ਤੱਕ ਬਹੁਤ ਜ਼ਿਆਦਾ ਪਹੁੰਚ ਕਰ ਚੁੱਕੇ ਹਾਂ, ਕੋਈ ਵੀ ਕੰਮ ਨਹੀਂ ਸ਼ੁਰੂ ਹੋਇਆ ਹੈਗਾ ਜੀ ਇੱਥੇ 1 ਰੁਪਈਆ ਵੀ ਨਹੀਂ ਲੱਗਿਆ ਹੈਗਾ ਉਸ ਪੈਸੇ ਵਿੱਚੋਂ। ਫਿਰ ਜੋ ਇਸ ਸਥਾਨ ਦੇ ਉੱਤੇ ਖਰਚ ਆਇਆ ਉਹ ਮਾਇਆ ਹੈ ਨਾ, ਅਗਲਾ ਸੋਚਦਾ ਵੀ ਸ਼ਾਇਦ ਉੱਥੋਂ, ਜਿਵੇਂ ਤੁਸੀਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹ ਜਿਹੜਾ ਸਰਕਾਰ ਨੇ ਜੋ ਪੈਸੇ ਦਿੱਤੇ ਸੀ ਉਹਦੇ ਨਾਲ ਬਣਿਆ ਹੋਊਗਾ ਸਭ ਕੁਝ। ਇਹ ਸੰਗਤ ਨੇ ਆਪ ਇਕੱਤਰਤਾ ਕੀਤੀ ਆ, ਉਹਦੇ ਨਾਲ ਖਰਚ ਹੋਇਆ ਸਾਰਾ। ਇਹ ਜਿਹੜਾ ਪੈਸਾ ਜੋ ਇੱਥੇ ਲੱਗਿਆ ਜੀ, ਜਿਹੜੀ ਆ ਦਰਬਾਰ ਸਾਹਿਬ ਦੀ ਬਿਲਡਿੰਗ ਬਣੀ ਆ ਜੀ, ਇਹ 2008 ਦੇ ਵਿੱਚ ਮਤਲਬ ਅਸੀਂ ਇਹਦਾ ਨੀਂਹ ਪੱਥਰ ਰੱਖਿਆ ਸੀ ਜੀ, ਢੱਡਰੀਆਂ ਸੰਤਾਂ ਨੀਂਹ ਪੱਥਰ ਰੱਖਿਆ ਸੀ। ਸਾਨੂੰ ਉਹਨਾਂ ਨੇ ਜੀ 12 ਲੱਖ ਰੁਪਏ ਦੀ ਸਹਾਇਤਾ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਸ ਸਥਾਨ ਤੇ ਕੀਤੀ ਜੀ। ਮਤਲਬ ਸਾਨੂੰ ਪੈਸਾ ਨਹੀਂ ਉਹਨਾਂ ਨੇ ਦਿੱਤਾ, ਲੇਕਿਨ ਜੋ ਪਹਿਲੀ ਮੰਜ਼ਿਲ ਦੀ ਛੱਤ ਹੈ ਉਹਦਾ ਸਾਰਾ ਸਰੀਆ, ਦੂਜੀ ਮੰਜ਼ਿਲ ਦਾ ਜੋ ਛੱਤ ਹੈ ਉਹਦਾ ਸਾਰਾ ਸਰੀਆ, ਜਿਸ ਦੀ ਕੀਮਤ ਲਗਭਗ 10-12 ਲੱਖ ਰੁਪਏ ਦੇ ਲਗਭਗ ਬਣਦੀ ਹੈ। ਉਹਨਾਂ ਨੇ ਸਹਾਇਤਾ ਕੀਤੀ, ਜਿਹਦੇ ਵਿੱਚੋਂ ਅਸੀਂ ਨੇ 1 ਰੁਪਈਆ ਨੇ ਦਿੱਤਾ ਹੈਗਾ, ਮਤਲਬ ਵੀ ਸਰੀਏ ਦਾ ਸਾਰਾ ਪੈਸਾ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਲਾਇਆ, ਤੇ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ। ਜਿੱਥੇ ਜਿੱਥੇ ਵੀ ਉਹਨਾਂ ਨੇ ਮਤਲਬ ਦੀਵਾਨ ਸਜਾਏ ਤਾਂ ਹਰੇਕ ਜਗ੍ਹਾ 'ਤੇ ਬਾਬਾ ਜੈ ਸਿੰਘ ਜੀ ਬਾਰੇ ਉਹ ਗੱਲ ਕਰਦੇ ਸੀ। ਭਾਈ ਸਾਹਿਬ ਜੀ, ਇੰਨਾ ਮਹਾਨ ਇਤਿਹਾਸ ਹੈ ਸਾਡੇ ਕੋਲ, ਹੈ ਨਾ, ਐਡੀ ਵੱਡੀ ਸ਼ਹਾਦਤ ਇਸ ਜਗ੍ਹਾ ਦੇ ਉੱਤੇ ਹੋਈ ਆ। ਕੀ ਸਮਝਦੇ ਹੋ ਵੀ ਪਹਿਲਾਂ ਤਾਂ ਸਾਡੇ 'ਚ ਕੁਝ ਕਮੀਆਂ ਰਹੀਆਂ ਹੋਣਗੀਆਂ, ਸਾਡੇ ਪ੍ਰਚਾਰਕਾਂ 'ਚ ਲਾ ਲਓ, ਕਿਸੇ 'ਚ ਵੀ, ਕਿ ਅਸੀਂ ਵੇਲੇ ਸਿਰ ਇਸ ਸਥਾਨ ਦੇ ਬਾਰੇ ਲੋਕਾਂ ਨੂੰ ਦੱਸ ਹੀ ਨਹੀਂ ਸਕੇ। ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਵੱਡੇ ਪੱਧਰ ਦੇ ਉੱਤੇ। ਦੂਜਾ ਵੀ ਇਹਦੇ ਵਿੱਚ ਵੀ ਆ ਕੇ ਦੇਖ ਲਓ ਵੀ ਇਸ ਅਸਥਾਨ ਨੂੰ ਸੰਭਾਲਣ ਦੀ ਜਗ੍ਹਾ ਅਸੀਂ ਉਹਨਾਂ ਚੱਕਰਾਂ 'ਚ ਪੈ ਜਾਂਦੇ ਆ ਵੀ ਇੰਨੇ ਪੈਸੇ ਜਿਹੜੇ ਆ ਕਾਹਨੂੰ ਦੇਣੇ ਆ। ਉੱਧਰ ਜਿਵੇਂ ਕਿ ਦੱਸਿਆ ਕਿ ਪਹਿਲਾਂ 10 ਕਰੋੜ ਦਾ ਅਲਾਟ ਹੋ ਗਿਆ, ਫਿਰ 2 ਕਰੋੜ 'ਤੇ ਆ ਗਿਆ, ਮਿਲਿਆ ਕੁਛ ਵੀ ਨਹੀਂ। ਮਤਲਬ ਇੱਕ ਕਮੀਆਂ ਦੇ ਨਾਲ ਸਾਨੂੰ ਨੁਕਸਾਨ ਹੋ ਰਿਹਾ, ਸਿੱਖ ਪੰਥ ਨੂੰ ਨੁਕਸਾਨ ਹੋ ਰਿਹਾ। ਸਭ ਤੋਂ ਵੱਡਾ ਤਾਂ ਸਿੱਖ ਪੰਥ ਨੂੰ ਨੁਕਸਾਨ ਇਹ ਹੈ ਵੀ ਇਹ ਬਾਬਾ ਜੀ ਰਵਿਦਾਸੀਆ ਕੌਮ ਦੇ ਹੋਣ ਦੇ ਨਾਤੇ ਜਿਨ੍ਹਾਂ ਨੂੰ ਗਰੀਬ ਸਮਝਿਆ ਜਾਂਦਾ ਸੀ, ਉਹਦੇ ਕਰਕੇ ਇਹ ਇਤਿਹਾਸ ਆ ਜਿਹੜਾ ਅਣਗੌਲਿਆ ਕੀਤਾ ਗਿਆ। ਚਲੋ ਸ਼ਹੀਦਾਂ ਦੀ ਕਿਰਪਾ ਨਾਲ ਹੌਲੀ ਹੌਲੀ ਇਹ ਪ੍ਰਫੁੱਲਿਤ ਹੋਇਆ। ਹੁਣ ਤੱਕ ਵੀ ਅਸੀਂ ਜਾਤੀ ਸ਼ਬਦ ਲੋਕਾਂ ਤੋਂ ਸੁਣਦੇ ਹਾਂ, ਚਲੋ ਹੁਣ ਬਹੁਤ ਜ਼ਿਆਦਾ ਘਟ ਗਿਆ, ਪਰ ਸਰਕਾਰਾਂ ਦੇ ਵਿੱਚ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਆ ਛੱਪੜ ਇੱਧਰਲੇ ਪਾਸੇ, ਇਹ ਅਸੀਂ ਬਹੁਤ ਜ਼ਿਆਦਾ ਇੱਥੇ ਲੱਖਾਂ ਰੁਪਏ ਦੀ ਮਿੱਟੀ ਪਾ ਕੇ ਸੰਗਤਾਂ ਨੇ ਜੋ ਤਿਲ ਫੁੱਲ ਇੱਥੇ ਚੜਾਵਾ ਚੜ੍ਹਦਾ ਹੈ, ਸੰਗਤ ਮਦਦ ਕਰਦੀ ਹੈ, ਅਤੇ ਉਸ ਦੇ ਨਾਲ ਅਸੀਂ ਇਹ ਸਥਾਨ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਇਲਾਕੇ ਦਾ ਸਹਿਯੋਗ ਹੈ, ਪਰ ਫਿਰ ਵੀ ਕੁਛ ਸਾਨੂੰ ਬਾਬਾ ਜੀ ਦੇ ਗਰੀਬ ਹੋਣ ਦੇ ਨਾਤੇ ਨਾ ਜਾਤੀ ਪੱਖੋਂ ਤੇ ਸਾਨੂੰ ਪਰੇਸ਼ਾਨੀ ਖੜੀ ਕੀਤੀ ਜਾਂਦੀ ਹੈ, ਜਿਸ ਕਰਕੇ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਘਾਟਾ ਇਸ ਗੱਲ ਦਾ। ਦੇਖੋ ਬਾਈ ਜੀ ਹੋਰਾਂ ਦੀ ਗੱਲ ਹੈ ਨਾ ਜਿਹੜੀ, ਇਹਦੇ ਉੱਤੇ ਸਾਨੂੰ ਨਾ ਗੰਭੀਰਤਾ ਨਾਲ ਸੋਚਣਾ ਚਾਹੀਦਾ। ਸਾਨੂੰ ਸਾਰੇ ਗੁਰੂ ਸਾਹਿਬਾਨਾਂ ਨੇ ਸੁਨੇਹਾ ਕੀ ਦਿੱਤਾ, ਹਕੀਕਤ ਦੇ ਵਿੱਚ ਬਹੁਤ ਥਾਵਾਂ 'ਤੇ ਹੋ ਕੀ ਰਿਹਾ ਜਾਂ ਕੀ ਹੁੰਦਾ ਰਿਹਾ। ਸੋ ਇਹ ਅਸਥਾਨ ਹੈ ਜਿਹੜਾ, ਇਸ ਅਸਥਾਨ ਦੀ ਮਹੱਤਤਾ ਬਹੁਤ ਆ। ਇਸ ਅਸਥਾਨ ਦੇ ਬਾਰੇ ਜੇ ਅਸੀਂ ਬੱਚਿਆਂ ਨੂੰ ਦੱਸਾਂਗੇ ਨਾ, ਇਤਿਹਾਸ ਦੇ ਵਿੱਚ ਪੜ੍ਹਾਇਆ ਜਾਊਗਾ, ਪਾਠ ਪੜ੍ਹਾਇਆ ਜਾਊਗਾ, ਤਾਂ ਪਤਾ ਲੱਗੂਗਾ ਕਿ ਇਸ ਅਸਥਾਨ 'ਤੇ ਪਟਿਆਲੇ ਦੇ ਇਸ ਬਾਰਨ ਪਿੰਡ ਦੇ ਵਿੱਚ ਕਿੰਨੇ ਵੱਡੇ ਸ਼ਹੀਦ ਹੋਏ ਨੇ। ਸੋ ਬਹੁਤ ਚੰਗੇ ਤਰੀਕੇ ਦੇ ਨਾਲ ਵਿਸਥਾਰ ਦੇ ਵਿੱਚ ਪ੍ਰਬੰਧਕ ਕਮੇਟੀ ਨੇ ਸਾਨੂੰ ਜਿਹੜਾ ਇਤਿਹਾਸ ਦੱਸਿਆ, ਇਤਿਹਾਸ ਤੁਹਾਡੇ ਨਾਲ ਵੀ ਸਾਂਝਾ ਕੀਤਾ। ਸੋ ਬੇਨਤੀ ਇਹ ਆ ਕਿ ਜਦੋਂ ਵੀ ਆਪਾਂ ਪਟਿਆਲੇ ਦੇ ਲਾਗ-ਪਾਸ ਆਉਂਦੇ ਆ ਜਾਂ ਆਪਾਂ ਦਰਸ਼ਨਾਂ ਦੇ ਲਈ ਜਾਂਦੇ ਆ, ਸ਼ਹੀਦੀ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਆ, ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਆ, ਤਾਂ ਇਸ ਅਸਥਾਨ ਦੇ ਉੱਤੇ ਜ਼ਰੂਰ ਆ ਕੇ ਜਾਇਓ। ਪਟਿਆਲੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਬਾਰਨ, ਅਤੇ ਪਿੰਡ ਬਾਰਨ ਦੇ ਵਿੱਚ ਸ਼ਹੀਦ ਬਾਬਾ ਜੈ ਸਿੰਘ ਖਲਕਟ, ਉਹਨਾਂ ਦਾ ਇਹ ਸ਼ਹੀਦੀ ਅਸਥਾਨ ਹੈ। ਅਤੇ ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਨੂੰ ਪੁੱਠੇ ਲਟਕਾ ਕੇ ਖੱਲ ਉਤਾਰੀ ਗਈ। ਸੋ ਜਿਹਦੇ ਕਰਕੇ ਹੀ ਇਸ ਅਸਥਾਨ ਦੀ ਜਿਹੜੀ ਮਹੱਤਤਾ ਆ, ਅਰਦਾਸ ਦੇ ਵਿੱਚ ਵੀ ਬਿਆਨ ਕੀਤੀ ਗਈ ਸੀ, ਜੋ ਪੁਰਾਤਨ ਗੁਟਕਾ ਸਾਹਿਬ ਇਸ ਪ੍ਰਬੰਧਕ ਕਮੇਟੀ ਕੋਲ ਆ, ਉਸ ਦੇ ਵਿੱਚ ਉਹ ਸਭ ਚੀਜ਼ਾਂ ਦਰਜ ਨੇ। ਸੋ ਪੇਸ਼ਕਸ਼ ਤੁਹਾਨੂੰ ਕਿਵੇਂ ਦੀ ਲੱਗੀ? ਆਸ ਕਰਦੇ ਹਾਂ ਕਿ ਦਰਸ਼ਨ ਤੁਸੀਂ ਕੀਤੇ ਨੇ, ਅਤੇ ਜਦੋਂ ਵੀ ਇਸ ਇਲਾਕੇ ਦੇ ਵਿੱਚ ਆਓਗੇ ਤਾਂ ਇਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।